ओम शांति। ਅੱਜ ਬਾਬਾ ਦੇ 19/10/2020 ਦੇ ਮਹਾਵਚਨ। ਬਾਬਾ ਨੇ ਅੱਜ ਆਪਣੇ ਬੱਚਿਆਂ ਨੂੰ ਕਿਹਾ, ਮਿੱਠੇ ਬੱਚੇ, ਤੁਸੀਂ ਹੁਣ ਬਹੁਤ ਸਧਾਰਨ ਰਹਿਣਾ ਹੈ। ਫੈਸ਼ਨੇਬਲ ਉੱਚੇ ਕੱਪੜੇ ਪਾਉਣ ਨਾਲ ਵੀ ਦੇਹ ਅਭਿਮਾਨ ਆਉਂਦਾ ਹੈ। ਫਿਰ ਬਾਬਾ ਨੇ ਪ੍ਰਸ਼ਨ ਪੁੱਛਿਆ, ਤਕਦੀਰ ਵਿੱਚ ਉੱਚਾ ਪਦ ਨਹੀਂ ਹੈ ਤਾਂ ਕਿਸ ਗੱਲ ਵਿੱਚ ਬੱਚੇ ਸੁਸਤੀ ਕਰਦੇ ਹਨ? ਉੱਤਰ ਹੈ, ਬਾਬਾ ਕਹਿੰਦੇ ਬੱਚੇ ਆਪਣਾ ਸੁਧਾਰ ਕਰਨ ਦੇ ਲਈ ਚਾਰਟ ਰੱਖੋ। ਚਾਰਟ ਲਿਖਣ ਵਿੱਚ ਸੁਸਤੀ ਕਰਦੇ ਹਨ। ਬਾਬਾ ਕਹਿ ਰਹੇ ਬੱਚੇ ਆਪਣਾ ਚਾਰਟ ਰੱਖੋ। ਯਾਦ ਦਾ ਚਾਰਟ ਰੱਖਣ ਨਾਲ ਬਹੁਤ ਫਾਇਦਾ ਹੈ। ਨੋਟਬੁੱਕ ਸਦਾ ਹੱਥ ਵਿੱਚ ਹੋਵੇ, ਕਾਪੀ ਪੈਨ ਹਮੇਸ਼ਾ ਹੱਥ ਵਿੱਚ ਹੋਵੇ। ਚੈੱਕ ਕਰੋ ਕਿੰਨਾ ਸਮਾਂ ਬਾਪ ਨੂੰ ਯਾਦ ਕੀਤਾ। ਸਾਡਾ ਰਜਿਸਟਰ ਕਿਹੋ ਜਿਹਾ ਹੈ? ਦੇਵੀ ਕਰੈਕਟਰ ਹਨ, ਮਨਾ ਦੇਵੀ ਚਲਨ ਹੈ। ਕਰਮ ਕਰਦੇ ਬਾਬਾ ਦੀ ਯਾਦ ਰਹਿੰਦੀ ਹੈ। ਯਾਦ ਨਾਲ ਹੀ ਕੱਟ ਉਤਰੇਗੀ, ਉੱਚੀ ਤਕਦੀਰ ਬਣੇਗੀ। ਗੀਤ ਹੈ, ਭੋਲੇਨਾਥ ਸੇ ਨਿਰਾਲਾ ਕੋਈ ਔਰ ਨਹੀਂ। ਓਮ ਸ਼ਾਂਤੀ। ਮਿੱਠੇ ਮਿੱਠੇ ਬੱਚਿਆਂ ਕੋਲ ਇਹ ਲక్ష్ਮੀ ਨਾਰਾਇਣ ਦਾ ਚਿੱਤਰ ਘਰ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ। ਬਾਬਾ ਕਹਿੰਦੇ ਲక్ష్ਮੀ ਨਾਰਾਇਣ ਨੂੰ ਦੇਖ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ, ਕਿਉਂਕਿ ਤੁਹਾਡਾ ਇਹ ਪੜ੍ਹਾਈ ਦਾ ਏਮ ਆਬਜੈਕਟ ਹੈ, ਲਕਸ਼ ਹੈ। ਬਾਬਾ ਕਹਿ ਰਹੇ ਤੁਸੀਂ ਜਾਣਦੇ ਹੋ ਅਸੀਂ ਸਟੂਡੈਂਟ ਹਾਂ, ਵਿਦਿਆਰਥੀ ਹਾਂ ਅਤੇ ਈਸ਼ਵਰ ਪੜ੍ਹਾਉਂਦੇ ਹਨ। ਈਸ਼ਵਰੀय ਵਿਦਿਆਰਥੀ ਹਾਂ। ਅਸੀਂ ਇਹ ਪੜ੍ਹ ਰਹੇ ਹਾਂ। ਸਾਰਿਆਂ ਦੇ ਲਈ ਇਹ ਇੱਕੋ ਹੀ ਲਕਸ਼ ਹੈ, ਇੱਕੋ ਹੀ ਉਦੇਸ਼ ਹੈ। ਇਸ ਨੂੰ ਦੇਖਦੇ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਗੀਤ ਵੀ ਬੱਚਿਆਂ ਨੇ ਸੁਣਿਆ, ਭੋਲਾਨਾਥ ਸੇ ਨਿਰਾਲਾ ਕੋਈ ਔਰ ਨਹੀਂ। ਭੋਲਾਨਾਥ ਕੌਣ? ਸ਼ਿਵ ਬਾਬਾ। ਬਹੁਤ ਭੋਲਾਨਾਥ ਹੈ। ਕੋਈ ਸ਼ੰਕਰ ਨੂੰ ਵੀ ਭੋਲਾਨਾਥ ਸਮਝਦੇ ਹਨ, ਪਰੰਤੂ ਫਿਰ ਸ਼ਿਵ ਅਤੇ ਸ਼ੰਕਰ ਨੂੰ ਇਕੱਠਾ ਮਿਲਾ ਦਿੱਤਾ। ਹੁਣ ਤੁਸੀਂ ਜਾਣਦੇ ਹੋ ਉਹ ਸ਼ਿਵ ਉੱਚੇ ਤੇ ਉੱਚਾ ਭਗਵਾਨ ਅਤੇ ਸ਼ੰਕਰ ਦੇਵਤਾ, ਫਿਰ ਦੋਨੋਂ ਇੱਕ ਕਿਵੇਂ ਹੋ ਸਕਦੇ ਹਨ? ਇਹ ਗੀਤ ਵਿੱਚ ਸੁਣਿਆ ਕਿ ਭਗਤਾਂ ਦੀ ਰੱਖਿਆ ਕਰਨ ਵਾਲੇ ਜ਼ਰੂਰ ਭਗਤਾਂ ਤੇ ਕੋਈ ਆਪਦਾਵਾਂ ਹਨ ਨਾ। 5 ਵਿਕਾਰਾਂ ਦੀਆਂ ਆਪਦਾਵਾਂ ਸਾਰਿਆਂ ਦੇ ਉੱਤੇ ਹਨ। ਮੁਸੀਬਤਾਂ ਪਈਆਂ ਨੇ 5 ਵਿਕਾਰਾਂ ਦੀਆਂ। ਭਗਤ ਤਾਂ ਸਾਰੇ ਹਨ। ਗਿਆਨੀ ਕਿਸ ਨੂੰ ਕਿਹਾ ਜਾ ਸਕਦਾ ਹੈ? ਗਿਆਨ ਅਤੇ ਭਗਤੀ ਬਿਲਕੁਲ ਅਲੱਗ ਚੀਜ਼ ਹੈ। ਜਿਵੇਂ ਸ਼ਿਵ ਅਤੇ ਸ਼ੰਕਰ ਅਲੱਗ ਹੈ, ਇਹ ਗਿਆਨ ਜਦੋਂ ਮਿਲਦਾ ਹੈ ਤਾਂ ਫਿਰ ਭਗਤੀ ਨਹੀਂ ਰਹਿੰਦੀ। ਤੁਸੀਂ ਸੁਖ ਧਾਮ ਦੇ ਮਾਲਕ ਬਣਦੇ ਹੋ। ਅੱਧਾ ਕਲਪ ਦੇ ਲਈ ਸਦਗਤੀ ਮਿਲ ਜਾਂਦੀ ਹੈ। ਇੱਕ ਹੀ ਇਸ਼ਾਰੇ ਨਾਲ ਤੁਸੀਂ ਅੱਧਾ ਕਲਪ ਦਾ ਵਰਸਾ ਪਾ ਲੈਂਦੇ ਹੋ। ਦੇਖਦੇ ਹੋ ਭਗਤਾਂ ਦੇ ਉੱਪਰ ਕਿੰਨੀ ਤਕਲੀਫ ਹੈ। ਗਿਆਨ ਨਾਲ ਤੁਸੀਂ ਦੇਵਤਾ ਬਣ ਜਾਂਦੇ ਹੋ। ਫਿਰ ਜਦੋਂ ਭਗਤਾਂ ਤੇ ਭੀੜ ਪੈਂਦੀ ਹੈ, ਅਰਥਾਤ ਦੁੱਖ ਹੁੰਦਾ ਹੈ, ਉਦੋਂ ਬਾਪ ਆਉਂਦੇ ਹਨ। ਬਾਪ ਸਮਝਾਉਂਦੇ ਹਨ ਡਰਾਮਾ ਅਨੁਸਾਰ ਜੋ ਬੀਤ ਗਿਆ ਉਹ ਫਿਰ ਰਿਪੀਟ ਹੋਵੇਗਾ। ਫਿਰ ਭਗਤੀ ਸ਼ੁਰੂ ਹੁੰਦੀ ਹੈ ਤਾਂ ਵਾਮ ਮਾਰਗ ਸ਼ੁਰੂ ਹੁੰਦਾ ਹੈ, ਵਿਕਾਰੀ ਮਾਰਗ, ਪਤਿਤ ਮਾਰਗ, ਪਤਿਤ ਬਣਨ ਦਾ ਮਾਰਗ। ਉਸ ਵਿੱਚ ਵੀ ਨੰਬਰ 1 ਹੈ ਕਾਮ ਵਿਕਾਰ, ਜਿਸ ਦੇ ਲਈ ਕਿਹਾ ਜਾਂਦਾ ਹੈ ਕਾਮ ਤੇ ਜੀਤ ਪਾਉਣ ਨਾਲ ਹੀ ਤੁਸੀਂ ਜਗਤ ਜੀਤ ਬਣੋਗੇ। ਉਹ ਕੋਈ ਜਿੱਤ ਥੋੜੀ ਪਾਉਂਦੇ ਹਨ। ਰਾਵਣ ਰਾਜ ਵਿੱਚ ਵਿਕਾਰ ਦੇ ਬਿਗੜ ਤਾਂ ਕੋਈ ਦਾ ਵੀ ਸਰੀਰ ਪੈਦਾ ਨਹੀਂ ਹੁੰਦਾ।
ਸਤਯੁਗ ਵਿੱਚ ਰਾਵਣ ਰਾਜ ਹੁੰਦਾ ਹੀ ਨਹੀਂ। ਉੱਥੇ ਵੀ ਜੇ ਰਾਵਣ ਹੁੰਦਾ ਤਾਂ ਬਾਕੀ ਭਗਵਾਨ ਨੇ ਰਾਮ ਰਾਜ්य ਸਥਾਪਨ ਕਰਕੇ ਕੀ ਕੀਤਾ? ਬਾਪ ਨੂੰ ਕਿੰਨਾ ਖਿਆਲ ਰਹਿੰਦਾ ਹੈ ਕਿ ਮੇਰੇ ਬੱਚੇ ਸੁਖੀ ਰਹਿਣ। ਧਨ ਇਕੱਠਾ ਕਰਕੇ ਵੀ ਬੱਚਿਆਂ ਨੂੰ ਦਿੰਦੇ ਹਨ ਕਿ ਸੁਖੀ ਰਹਿਣ। ਇੱਕ ਲੌਕਿਕ ਪਿਤਾ ਨੂੰ ਵੀ ਆਪਣੇ ਬੱਚਿਆਂ ਦੇ ਸੁਖੀ ਰਹਿਣ ਦੇ ਲਈ ਸੰਕਲਪ ਹੁੰਦਾ ਹੈ, ਪਰੰਤੂ ਇੱਥੇ ਤਾਂ ਐਦਾਂ ਨਹੀਂ ਹੋ ਸਕਦਾ ਨਾ, ਕਿਉਂਕਿ ਇਹ ਤਾਂ ਹੈ ਹੀ ਦੁੱਖ ਦੀ ਦੁਨੀਆ। ਇਹ ਬੇਹੱਦ ਦਾ ਬਾਪ ਕਹਿੰਦੇ ਹਨ, ਤੁਸੀਂ ਉੱਥੇ ਜਨਮ ਜਨਮਾਂਤਰ ਸੁਖ ਭੋਗਦੇ ਹੋ। ਅਥਾਹ ਧਨ ਮਿਲ ਜਾਂਦਾ ਹੈ, ਇੱਕੇ ਜਨਮ ਉੱਥੇ ਕੋਈ ਦੁੱਖ ਨਹੀਂ ਹੋਵੇਗਾ, ਕੋਈ ਦਿਵਾਲਾ ਨਹੀਂ ਮਾਰੇਗਾ। ਇਹ ਗੱਲਾਂ ਬੁੱਧੀ ਵਿੱਚ ਧਾਰਨ ਕਰ ਆਂਤਰਿਕ ਬੜੀ ਖੁਸ਼ੀ ਰਹਿਣੀ ਚਾਹੀਦੀ ਹੈ। ਤੁਹਾਡਾ ਗਿਆਨ ਅਤੇ ਯੋਗ ਸਾਰਾ ਗੁਪਤ ਹੈ। ਬਾਬਾ ਕਹਿ ਰਹੇ ਸਥੂਲ ਹਥਿਆਰ ਦੀ ਤਾਂ ਕੋਈ ਗੱਲ ਹੀ ਨਹੀਂ। ਬਾਬਾ ਸਮਝਾਉਂਦੇ ਹਨ ਇਹ ਹੈ ਗਿਆਨ ਤਲਵਾਰ। ਉਹਨਾਂ ਨੇ ਫਿਰ ਸਥੂਲ ਹਥਿਆਰ ਨਿਸ਼ਾਨੀਆਂ ਦੇਵੀਆਂ ਨੂੰ ਦੇ ਦਿੱਤੀਆਂ। ਸ਼ਾਸਤਰ ਆਦਿ ਜੋ ਪੜ੍ਹਦੇ ਹਨ ਉਹ ਲੋਕ ਕਦੇ ਵੀ ਇੱਦਾਂ ਨਹੀਂ ਕਹਿੰਦੇ ਕਿ ਇਹ ਗਿਆਨ ਤਲਵਾਰ ਹੈ, ਇਹ ਗਿਆਨ ਖੜਗ ਹੈ। ਇਹ ਬੇਹੱਦ ਦਾ ਬਾਪ ਹੀ ਬੈਠ ਕੇ ਸਮਝਾਉਂਦੇ ਹਨ। ਉਹ ਸਮਝਦੇ ਹਨ ਸ਼ਕਤੀ ਸੈਨਾ ਨੇ ਜਿੱਤ ਪਾਈ ਤਾਂ ਜ਼ਰੂਰ ਕੋਈ ਹਥਿਆਰ ਹੋਣਗੇ, ਦੇਵੀਆਂ ਨੂੰ ਹੱਥ ਦੇ ਵਿੱਚ ਹਥਿਆਰ ਦੇ ਦਿੱਤੇ। ਬਾਬਾ ਆ ਕੇ ਇਹ ਸਾਰੀਆਂ ਭੁੱਲਾਂ ਦੱਸਦੇ ਹਨ। ਇਹ ਤੁਹਾਡੀ ਗੱਲ ਬਹੁਤ ਢੇਰ ਮਨੁੱਖ ਸੁਣਨਗੇ, ਵਿਦਵਾਨ ਆਦਿ ਵੀ ਇੱਕ ਦਿਨ ਆਉਣਗੇ। ਬੇਹੱਦ ਦਾ ਬਾਪ ਹੈ ਨਾ, ਤਾਂ ਬੱਚਿਆਂ ਨੂੰ ਸ਼੍ਰੀਮਤ ਤੇ ਚੱਲਣ ਵਿੱਚ ਹੀ ਕਲਿਆਣ ਹੈ, ਫਿਰ ਹੀ ਦੇਹ ਅਭਿਮਾਨ ਟੁੱਟੇਗਾ। ਇਸ ਲਈ ਸਾਹੂਕਾਰ ਆਉਂਦੇ ਨਹੀਂ, ਉਹਨਾਂ ਨੂੰ ਦੇਹ ਅਭਿਮਾਨ ਬਹੁਤ ਰਹਿੰਦਾ ਹੈ। ਬਾਬਾ ਕਹਿੰਦੇ ਹਨ ਦੇਹ ਅਹੰਕਾਰ ਨੂੰ ਛੱਡੋ। ਅੱਛੇ ਕੱਪੜੇ ਦਾ ਵੀ ਨਸ਼ਾ ਰਹਿੰਦਾ ਹੈ। ਵੱਡੇ ਲੋਕਾਂ ਨੂੰ ਤਿਆਗ ਕਰਨਾ ਬੜਾ ਮੁਸ਼ਕਲ ਲੱਗਦਾ ਹੈ। ਅੱਛੇ ਕੱਪੜੇ ਦਾ ਵੀ ਬਾਬਾ ਕਹਿੰਦੇ ਨਸ਼ਾ ਰਹਿੰਦਾ ਹੈ। ਹੁਣ ਤੁਸੀਂ ਵਨਵਾਸ ਵਿੱਚ ਹੋ। ਹੁਣ ਤੁਸੀਂ ਜਾਂਦੇ ਹੋ ਸਸੁਰ ਘਰ ਮਨਾ ਸਤਯੁਗ ਦੇ ਵਿੱਚ। ਉੱਥੇ ਤੁਹਾਨੂੰ ਬਹੁਤ ਜੇਵਰ ਮਿਲਣਗੇ, ਬਹੁਤ ਜੇਵਰ ਪਾਓਗੇ। ਇੱਥੇ ਉੱਚੇ ਕੱਪੜੇ ਨਹੀਂ ਪਾਉਣੇ ਹਨ। ਬਾਬਾ ਕਹਿੰਦੇ ਹਨ ਬਿਲਕੁਲ ਸਧਾਰਨ ਰਹਿਣਾ ਹੈ। ਜਿਵੇਂ ਕਰਮ ਮੈਂ ਕਰਦਾ ਹਾਂ, ਬੱਚਿਆਂ ਨੂੰ ਵੀ ਸਧਾਰਨ ਰਹਿਣਾ ਹੈ, ਨਹੀਂ ਤਾਂ ਦੇਹ ਅਭਿਮਾਨ ਬਹੁਤ ਆ ਜਾਂਦਾ ਹੈ ਔਰ ਉਹ ਸਭ ਕੁਝ ਬਹੁਤ ਨੁਕਸਾਨ ਕਰ ਦਿੰਦਾ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਜਾਂਦੇ ਹਾਂ ਸਸੁਰ ਘਰ, ਉੱਥੇ ਤੁਹਾਨੂੰ ਬਹੁਤ ਜੇਵਰ ਮਿਲਣਗੇ। ਇੱਥੇ ਤਾਂ ਤੁਹਾਨੂੰ ਜੇਵਰ ਆਦਿ ਨਹੀਂ ਪਹਿਨਣੇ ਚਾਹੀਦੇ। ਕਿਉਂ ਬਾਬਾ ਕਹਿ ਰਹੇ ਅੱਜ ਕੱਲ੍ਹ ਚੋਰੀ ਆਦਿ ਵੀ ਕਿੰਨੀ ਹੁੰਦੀ ਹੈ। ਰਸਤੇ ਵਿੱਚ ਡਾਕੂ ਹੀ ਲੁੱਟ ਲੈਂਦੇ ਹਨ। ਦਿਨ ਪ੍ਰਤੀ ਦਿਨ ਇਹ ਹੰਗਾਮਾ ਜ਼ਿਆਦਾ ਹੀ ਵੱਧਦਾ ਜਾਵੇਗਾ। ਇਸ ਲਈ ਬਾਬਾ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਦੇਹ ਅਭਿਮਾਨ ਵਿੱਚ ਆਉਣ ਨਾਲ ਬਾਪ ਨੂੰ ਭੁੱਲ ਜਾਵੋਗੇ। ਇਹ ਮਿਹਨਤ ਹੁਣ ਮਿਲਦੀ ਹੈ, ਫਿਰ ਭਗਤੀ ਮਾਰਗ ਵਿੱਚ ਇਹ ਮਿਹਨਤ ਨਹੀਂ ਮਿਲਦੀ। ਅੱਛਾ, ਅੱਗੇ ਬਾਬਾ ਨੇ ਅਗਲੀ ਪੁਆਇੰਟ ਵਿੱਚ ਕਿਹਾ ਕਿ ਤੁਸੀਂ ਜਾਣਦੇ ਹੋ ਅਸੀਂ 84 ਜਨਮਾਂ ਨੂੰ ਜਾਣਨ ਨਾਲ ਹੀ ਚੱਕਰਵਰਤੀ ਰਾਜਾ ਬਣ ਜਾਂਦੇ ਹਾਂ। ਕਿੰਨਾ ਸਹਿਜ ਹੈ ਔਰ ਫਿਰ ਪਵਿੱਤਰ ਵੀ ਬਣਨਾ ਹੈ। ਯਾਦ ਦੀ ਯਾਤਰਾ ਦਾ ਚਾਰਟ ਰੱਖੋ, ਇਸ ਵਿੱਚ ਬਹੁਤ ਫਾਇਦਾ ਹੈ। ਨੋਟਬੁੱਕ ਨਹੀਂ ਕੱਢਿਆ ਤਾਂ ਸਮਝੋ ਬਾਬਾ ਨੂੰ ਯਾਦ ਨਹੀਂ ਕੀਤਾ। ਨੋਟਬੁੱਕ ਸਦਾ ਹੱਥ ਵਿੱਚ ਰਹੇ। ਹੁਣ ਬਾਬਾ ਕਹਿ ਰਹੇ ਆ ਕਿ ਨੋਟਬੁੱਕ ਹੱਥ ਵਿੱਚ ਰਹੇ, ਤਾਂ ਜਦੋਂ ਵੀ ਅਸੀਂ ਕਰਦੇ ਹਾਂ ਚਾਰਟ ਲਿਖਾਂਗੇ ਸਾਨੂੰ ਬਾਬਾ ਯਾਦ ਆਏਗਾ। ਬਾਬਾ ਕਹਿ ਰਹੇ ਅਗਰ ਕਾਪੀ ਪੈਨ ਹੱਥ ਵਿੱਚ ਨਹੀਂ ਹੋਵੇਗਾ ਤਾਂ ਸਮਝੋ ਬਾਬਾ ਨੂੰ ਯਾਦ ਨਹੀਂ ਕੀਤਾ। ਆਪਣਾ ਚਾਰਟ ਦੇਖੋ ਕਿੰਨਾ ਸਮਾਂ ਬਾਬਾ ਨੂੰ ਯਾਦ ਕੀਤਾ। ਯਾਦ ਬਿਗਰ ਜੰਗ ਕਿਵੇਂ ਉਤਰੇਗੀ। ਕੱਟ ਉਤਾਰਨ ਦੇ ਲਈ ਚੀਜ਼ ਨੂੰ ਮਿੱਟੀ ਦੇ ਤੇਲ ਵਿੱਚ ਪਾਇਆ ਜਾਂਦਾ ਹੈ ਨਾ। ਕਰਮ ਕਰਦੇ ਹੋਏ ਵੀ ਬਾਪ ਨੂੰ ਯਾਦ ਕਰਨਾ ਹੈ ਤਾਂ ਪੁਰਸ਼ਾਰਥ ਦਾ ਫਲ ਮਿਲ ਜਾਵੇਗਾ। ਮਿਹਨਤ ਹੈ ਔਰ ਬੱਚਿਆਂ ਨੇ ਇਹ ਏਮ ਆਬਜੈਕਟ ਬੁੱਧੀ ਵਿੱਚ ਰੱਖਣੀ ਹੈ। ਅਸੀਂ ਇਹ ਬਣਦੇ ਹਾਂ
ਜਿੰਨਾ ਪੁਰਸ਼ਾਰਥ ਕਰੋਗੇ ਉਨਾ ਉੱਚਾ ਪਦ ਪਾਓਗੇ। ਗਾਇਆ ਵੀ ਜਾਂਦਾ ਹੈ ਫਾਲੋ ਫਾਦਰ। ਤਾਂ ਇਸ ਸਮੇਂ ਦੀ ਹੀ ਗੱਲ ਹੈ। ਹੁਣ ਤੁਹਾਨੂੰ ਭੋਲਾ ਨਾਥ ਬਾਪ ਮਿਲਿਆ ਹੈ। ਕਿੰਨਾ ਭੋਲਾ ਹੈ, ਤੁਹਾਨੂੰ ਕੀ ਤੋਂ ਕੀ ਬਣਾਉਂਦੇ ਹਨ। ਬਾਬਾ ਕਹਿ ਰਹੇ ਬਾਬਾ ਕਿੰਨਾ ਭੋਲੇ ਹਨ। ਕੱਖਪਣ ਦੇ ਬਦਲੇ ਤੁਹਾਨੂੰ 21 ਜਨਮਾਂ ਦੇ ਲਈ ਕੀ ਬਣਾ ਦਿੰਦੇ ਹਨ। ਮਨੁੱਖਾਂ ਨੂੰ ਕੁਝ ਵੀ ਪਤਾ ਨਹੀਂ। ਕਦੇ ਕਹਿਣਗੇ ਭੋਲਾ ਨਾਥ ਨੇ ਇਹ ਦਿੱਤਾ, ਕਦੇ ਕਹਿਣਗੇ ਅੰਬਾ ਨੇ ਦਿੱਤਾ, ਕਦੇ ਕਹਿਣਗੇ ਗੁਰੂ ਨੇ ਦਿੱਤਾ। ਇਹ ਤਾਂ ਪੜ੍ਹਾਈ ਹੈ। ਤੁਸੀਂ ਪਾਠਸ਼ਾਲਾ ਵਿੱਚ ਬੈਠੇ ਹੋ। ਈਸ਼ਵਰੀਏ ਪਾਠਸ਼ਾਲਾ ਕਹਾਂਗੇ ਗੀਤਾ ਨੂੰ। ਗੀਤਾ ਵਿੱਚ ਹੈ ਭਗਵਾਨੋ ਵਾਚ। ਪਰੰਤੂ ਇਹ ਕਿਸ ਨੂੰ ਪਤਾ ਨਹੀਂ ਕਿ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ। ਕੋਈ ਨੂੰ ਵੀ ਪੁੱਛੋ ਪਰਮ ਪਿਤਾ ਪਰਮਾਤਮਾ ਨੂੰ ਜਾਣਦੇ ਹੋ। ਬਾਪ ਹੈ ਬਾਗਵਾਨ। ਤੁਹਾਨੂੰ ਕੰਡਿਆਂ ਤੋਂ ਫੁੱਲ ਬਣਾ ਰਹੇ ਹਨ ਤਾਂ ਬਾਪ ਸਮਝਾਉਂਦੇ ਹਨ ਬੱਚੇ ਇਹ ਸਭ ਕੁਝ ਡਰਾਮਾ ਅਨੁਸਾਰ ਤੁਸੀਂ ਜਾਣਦੇ ਹੋ। ਬਾਬਾ ਕਹਿ ਰਹੇ ਖੁਸ਼ੀ ਵਿੱਚ ਰਹਿਣਾ ਹੈ। ਜੇ ਕਿਤੇ ਉਦਾਸੀ ਆ ਜਾਵੇ ਤਾਂ ਵਧੀਆ ਵਧੀਆ ਗੀਤ ਵਜਾਓ ਤਾਂ ਖੁਸ਼ੀ ਵਿੱਚ ਆ ਜਾਓਗੇ ਔਰ ਇਹ ਬੈਜ ਵੀ ਸਦਾ ਲੱਗਿਆ ਰਹੇ। ਅੱਛਾ, ਫਿਰ ਬਾਬਾ ਨੇ ਯਾਦ ਪਿਆ ਦਿੱਤੀ। ਮਿੱਠੇ ਮਿੱਠੇ ਸਿੱਕਿਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ ਬੁੱਧੀ ਵਿੱਚ ਸਦਾ ਆਪਣਾ ਲਕਸ਼ ਯਾਦ ਰੱਖਣਾ ਹੈ। ਲక్ష్ਮੀ ਨਾਰਾਇਣ ਦਾ ਚਿੱਤਰ ਸਦਾ ਨਾਲ ਰਹੇ। ਇਸ ਖੁਸ਼ੀ ਵਿੱਚ ਰਹੋ ਕਿ ਅਸੀਂ ਇਹੋ ਜਿਹਾ ਬਣਨ ਦੇ ਲਈ ਪੜ੍ਹ ਰਹੇ ਹਾਂ। ਅਸੀਂ ਹਾਂ ਗॉडली ਵਿਦਿਆਰਥੀ ਮਾਨਾ ਈਸ਼ਵਰੀय ਵਿਦਿਆਰਥੀ। ਦੂਸਰਾ ਹੈ ਆਪਣਾ ਪੁਰਾਣਾ ਕੱਖਪਨ ਚਾਵਲ ਮੁੱਠੀ ਦੇ ਕੇ ਮਹਿਲ ਲੈਣੇ ਨੇ। ਬ੍ਰਹਮਾ ਬਾਬਾ ਨੂੰ ਫੋਲੋ ਕਰ ਅਵਿਨਾਸ਼ੀ ਗਿਆਨ ਰਤਨਾ ਦਾ ਜੌਹਰੀ ਬਣਨਾ ਹੈ। ਫਿਰ ਬਾਬਾ ਨੇ ਵਰਦਾਨ ਦਿੱਤਾ ਅਸ਼ਰੀਰੀ ਪਣ ਦੇ ਇੰਜੈਕਸ਼ਨ ਦੁਆਰਾ ਮਨ ਨੂੰ ਕੰਟਰੋਲ ਕਰਨ ਵਾਲੇ ਇਕਾਗਰ ਚਿੱਤ ਭਵ। ਜਿਵੇਂ ਅੱਜ ਕੱਲ੍ਹ ਜੇ ਕੋਈ ਕੰਟਰੋਲ ਵਿੱਚ ਨਹੀਂ ਆਉਂਦਾ, ਬਹੁਤ ਤੰਗ ਕਰਦਾ ਹੈ, ਉਛਲਦਾ ਹੈ ਜਾਂ ਪਾਗਲ ਹੋ ਜਾਂਦਾ ਹੈ ਤਾਂ ਉਸ ਨੂੰ ਡਾਕਟਰ ਕੀ ਕਰਦੇ ਹਨ, ਉਸ ਨੂੰ ਐਦਾਂ ਦਾ ਇੰਜੈਕਸ਼ਨ ਲਗਾ ਦਿੰਦੇ ਹਨ ਜੋ ਸ਼ਾਂਤ ਹੋ ਜਾਵੇ। ਐਦਾਂ ਹੀ ਜੇ ਸੰਕਲਪ ਸ਼ਕਤੀ ਤੁਹਾਡੇ ਕੰਟਰੋਲ ਵਿੱਚ ਨਹੀਂ ਆਉਂਦੀ ਤਾਂ ਅਸ਼ਰੀਰੀਪਣ ਦਾ ਇੰਜੈਕਸ਼ਨ ਲਗਾ ਦਿਓ। ਫਿਰ ਸੰਕਲਪ ਸ਼ਕਤੀ ਵਿਅਰਥ ਨਹੀਂ ਉਛਲੇਗੀ। ਸਹਿਜ ਇਕਾਗਰਚਿਤ ਹੋ ਜਾਵੋਗੇ। ਪਰੰਤੂ ਯਦि ਬੁੱਧੀ ਦੀ ਲਗਾਮ ਬਾਬਾ ਨੂੰ ਦੇ ਕੇ ਫਿਰ ਲੈ ਲੈਂਦੇ ਹੋ ਤਾਂ ਮਨ ਵਿਅਰਥ ਦੀ ਮਿਹਨਤ ਵਿੱਚ ਪਾ ਦਿੰਦਾ ਹੈ। ਹੁਣ ਵਿਅਰਥ ਦੀ ਮਿਹਨਤ ਤੋਂ ਛੁੱਟ ਜਾਓ। ਫਿਰ ਸਲੋਗਨ ਹੈ ਆਪਣੇ ਪੂਰਵਜ ਸਰੂਪ ਨੂੰ ਸਮ੍ਰਿਤੀ ਵਿੱਚ ਰੱਖ ਸਾਰੀਆਂ ਆਤਮਾਵਾਂ ਉੱਤੇ ਰਹਿਮ ਕਰੋ। ਓਮ ਸ਼ਾਂਤੀ।